ਜਿਹੜੇ 108 ਐਂਬੂਲੈਂਸਾਂ ਦੇ ਉੱਤੇ EMPLOYE ਲੱਗੇ ਹੋਏ ਆ ਉਹਨਾਂ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਚੰਡੀਗੜ੍ਹ ਵਿਖੇ ਕੀਤੀ ਗਈ ਸੀਗੀ, ਜਿਸ ਦੇ ਵਿੱਚ 72 ਘੰਟਿਆਂ ਦਾ ਸਮਾਂ ਜਿਹੜਾ ਉਹ ਸਰਕਾਰ ਨੂੰ ਦਿੱਤਾ ਗਿਆ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਗੌਰ ਕੀਤਾ ਜਾਵੇ। 72 ਘੰਟੇ ਜਦੋਂ ਪੂਰੇ ਹੋ ਜਾਂਦੇ ਆ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਨੈਸ਼ਨਲ ਹਾਈਵੇ ਦਿੱਲੀ ਜਿਹੜਾ ਆ ਉਹਨੂੰ ਬਲੌਕ ਕਰਾਂਗੇ। ਮੈਂ ਸਮਝਦਾ ਸਰਕਾਰ ਨੇ ਖਜ਼ਾਨੇ ਦੇ ਵਿੱਚ ਬਹੁਤ ਵੱਡਾ ਜਿਹੜਾ ਖੋਰਾ ਲਾਇਆ ਜਾ ਰਿਹਾ ਹੈ, ਕਿਉਂਕਿ ਸਰਕਾਰ ਦੇ ਹੱਥ ਰਲੇ ਹੋਏ ਆ। ਚੀਜ਼ ਸਰਕਾਰ ਦੀ ਹੈ ਤੇ ਵਰਤ ਜਿਹੜੀ ਆ ਉਹ ਇੱਕ ਕੰਪਨੀ ਰਹੀ ਹੈ। ਜੇ ਅਸੀਂ ਆਪਦਾ ਹੱਕ ਲੈਣ ਵਾਸਤੇ ਆਪਦੀ ਆਵਾਜ਼ ਉਠਾਉਂਦੇ ਆ ਤੇ ਇਹ ਪ੍ਰਾਈਵੇਟ ਕੰਪਨੀ ਆ, ਮੁੰਡਿਆਂ ਨੂੰ ਬਦਲ ਦਿੰਦੀ ਆ, ਉਹਨਾਂ ਨੂੰ ਕੱਢ ਦਿੰਦੀ ਆ। ਕੀ 9-9 ਹਜ਼ਾਰ ਦੇ ਨਾਲ ਤੁਸੀਂ ਗੁਜ਼ਾਰਾ ਕਰ ਸਕਦੇ ਹੋ? 2-2 300 ਕਿਲੋਮੀਟਰ ਦੂਰ ਕੰਪਨੀ ਸਾਨੂੰ ਚੱਕ ਕੇ ਬਦਲੀਆਂ ਕਰ ਦਿੰਦੀ ਆ। ਕਰੋਨਾ ਦੇ ਵਿੱਚ ਅਸੀਂ ਜਿਹੜੇ ਪੁੱਤ ਹੁੰਦੇ ਸੀ ਆਪਦੀ ਮਾਵਾਂ ਨੂੰ, ਪਿਓਾਂ ਨੂੰ, ਬੱਚਿਆਂ ਨੂੰ ਨਹੀਂ ਉਹਨਾਂ ਨੂੰ ਹੱਥ ਲਾਉਂਦੇ ਸੀ, ਅਸੀਂ ਆਪਦੇ ਹੱਥਾਂ 'ਚ ਚੱਕ ਕੇ ਲਿਆਏ ਆ। ਕੀ ਗੱਲ ਮਾਨ ਸਰਕਾਰ ਨੂੰ ਇਹ ਉਦੋਂ ਨਹੀਂ ਦਿਖਿਆ ਗਿਆ? ਭਾਈ ਆਪਣਾ ਨਾਮ ਦੱਸ ਦਿਓ। ਹਾਂਜੀ, ਜੈ ਵਾਲਮੀਕੀ। ਮੈਂ ਨਛੱਤਰਨਾਥ ਸ਼ੇਰਗਿੱਲ, ਚੇਅਰਮੈਨ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ। ਸੋ ਪਿਛਲੇ ਦਿਨੀ ਰਾਸ਼ਟਰੀ ਭਗਵਾਂ ਸੈਨਾ ਵੱਲੋਂ ਅਤੇ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ ਵੱਲੋਂ ਜਿਹੜੇ 108 ਐਂਬੂਲੈਂਸਾਂ ਦੇ ਉੱਤੇ EMPLOYE ਲੱਗੇ ਹੋਏ ਆ ਉਹਨਾਂ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਚੰਡੀਗੜ੍ਹ ਵਿਖੇ ਕੀਤੀ ਗਈ ਸੀਗੀ, ਜਿਸ ਦੇ ਵਿੱਚ 72 ਘੰਟਿਆਂ ਦਾ ਸਮਾਂ ਜਿਹੜਾ ਉਹ ਸਰਕਾਰ ਨੂੰ ਦਿੱਤਾ ਗਿਆ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਗੌਰ ਕੀਤਾ ਜਾਵੇ। ਹੁਣ 48 ਘੰਟੇ ਬੀਤ ਚੁੱਕੇ ਆ, ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਤੇ ਬਿਲਕੁਲ ਧਿਆਨ ਨਹੀਂ ਕੀਤਾ ਗਿਆ। ਇਸ ਕਰਕੇ ਜਿਹੜਾ ਆ ਗੁਰੂ ਗਿਆਨਨਾਥ ਵਾਲਮੀਕ ਧਰਮ ਸਮਾਜ ਵੱਲੋਂ ਜਿਹੜਾ ਪੂਰਨ ਸਮਰਥਨ ਆ, ਕੱਲ ਵੱਡੇ ਪੱਧਰ ਤੇ ਜਿਹੜਾ ਆ 72 ਘੰਟੇ ਜਦੋਂ ਪੂਰੇ ਹੋ ਜਾਂਦੇ ਆ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਨੈਸ਼ਨਲ ਹਾਈਵੇ ਦਿੱਲੀ ਜਿਹੜਾ ਆ ਉਹਨੂੰ ਬਲੌਕ ਕਰਾਂਗੇ। ਤੇ ਸਾਰੇ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਕਿਉਂਕਿ ਇੱਥੇ 1450 ਲੋਕਾਂ ਦੇ ਪਰਿਵਾਰ ਦੀ ਜਿਹੜੇ ਹੱਕ ਦੀ ਲੜਾਈ ਆ, ਕਿਉਂਕਿ ਉਹਨਾਂ ਨੂੰ ਅਜੇ ਤੱਕ ਉਹਨਾਂ ਦਾ ਅਧਿਕਾਰ ਪਿਛਲੇ 12 ਸਾਲਾਂ ਤੋਂ ਅੱਜ ਤੱਕ ਮੈਂ ਸਮਝਦਾ ਸਰਕਾਰ ਨੇ ਖਜ਼ਾਨੇ ਦੇ ਵਿੱਚ ਬਹੁਤ ਵੱਡਾ ਜਿਹੜਾ ਖੋਰਾ ਲਾਇਆ ਜਾ ਰਿਹਾ ਹੈ, ਕਿਉਂਕਿ ਸਰਕਾਰ ਦੇ ਹੱਥ ਰਲੇ ਹੋਏ ਆ ਤਾਂ ਕਰਕੇ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ। ਕਿਉਂਕਿ ਸਰਕਾਰ ਚਾਹੁੰਦੀ ਨਹੀਂ ਆ ਕਿ ਇਹਨੂੰ ਜਿਹੜਾ ਆ ਅਸੀਂ ਆਪਣੇ ਅਧੀਨ ਲਈਏ, ਕਿਉਂਕਿ ਉਹਦੇ ਵਿੱਚੋਂ ਮੋਟੀਆਂ ਰਕਮਾਂ ਜਿਹੜਾ ਇਹਨਾਂ ਨੂੰ ਵਸੂਲ ਹੁੰਦੀਆਂ। ਜਿਹੜਾ ਇਹਨਾਂ ਪ੍ਰਾਈਵੇਟ ਠੇਕਾ ਸਿਸਟਮ ਜਿਹੜਾ ਇਹ ਕੀਤਾ ਪਿਆ ਉਹ ਪ੍ਰਾਈਵੇਟ ਕੰਪਨੀ ਦੇ ਅਧੀਨ ਜਿਹੜੀ ਆ ਉਹ ਸਾਰੀ ਐਂਬੂਲੈਂਸਾਂ ਚੱਲ ਰਹੀਆਂ। ਪ੍ਰਾਪਰਟੀ ਵੇਖੋ, ਚੀਜ਼ ਸਰਕਾਰ ਦੀ ਹੈ ਤੇ ਵਰਤ ਜਿਹੜੀ ਆ ਉਹ ਇੱਕ ਕੰਪਨੀ ਰਹੀ ਹੈ, ਇੱਕ ਠੇਕੇਦਾਰ ਰਿਹਾ ਤੇ ਉਹਨੂੰ ਜਿਹੜਾ ਕਰੋੜਾਂ ਰੁਪਈਆ ਸਰਕਾਰ ਜਿਹੜਾ ਆ ਦੇ ਰਹੀ ਆ ਤੇ ਉਹਦੀ ਹਾਲਤ ਐਡੀ ਖਸਤਾ ਆ। ਉਹ ਜਿਹੜੇ ਉੱਥੇ EMPLOYE ਲੱਗੇ ਆ ਉਹਨਾਂ ਨੂੰ ਦਬਕਾਇਆ ਜਾ ਰਿਹਾ, ਉਹਨਾਂ ਨੂੰ ਦਬਕੇ ਮਾਰੇ ਜਾ ਰਹੇ ਆ ਕਿ ਜੇਕਰ ਤੁਸੀਂ ਹੜਤਾਲ ਕੀਤੀ, ਐਜੀਟੇਸ਼ਨ ਕੀਤਾ, ਆਪਣੀ ਆਵਾਜ਼ ਨੂੰ ਚੁੱਕਿਆ ਤੇ ਤੁਹਾਨੂੰ ਜਿਹੜਾ ਬਦਲ ਦਿੱਤਾ ਜਾਏਗਾ, ਤੁਹਾਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਜਾਏਗਾ। ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਸਰਕਾਰ ਦੇ ਕਿ ਕੀ ਆਪਣੀ ਆਵਾਜ਼ ਚੁੱਕਣਾ ਇੱਥੇ ਗਲਤ ਹੈਗਾ? ਕਿਉਂਕਿ ਤੁਸੀਂ ਕਦੀ ਵੀ ਜਦੋਂ ਦੀ ਮੈਂ ਸਰਕਾਰ ਵੇਖੀ ਆ, ਮਾਨ ਸਰਕਾਰ ਆਈ ਆ, ਅਜੇ ਤੱਕ ਕਿਸੇ ਨੂੰ ਵੀ ਆਪਣਾ ਅਧਿਕਾਰ ਲੈਣ ਲਈ ਮੈਂ ਸਮਝਦਾ ਟੇਬਲ ਟਾਕ ਨਹੀਂ ਕਰਨੀ ਪਈ। ਸਿੱਧੇ ਤੇ ਸਿੱਧਾ ਉਹਨੂੰ ਰੋਡ ਦੇ ਉੱਤੇ ਧਰਨੇ ਦੇ ਉੱਤੇ ਬੈਠ ਕੇ ਆਪਣੀ ਆਵਾਜ਼ ਇਸ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਪਈ ਆ, ਕਿਉਂਕਿ ਬੋਲੀ ਸਰਕਾਰ ਆ, ਇਹਨਾਂ ਨੂੰ ਪਤਾ ਨਹੀਂ ਹੈਗਾ। ਮੈਂ ਅਪੀਲ ਕਰਦਾ ਕਿ ਸਰਕਾਰ ਜਿਹੜੀ ਆ ਤੁਰੰਤ ਜੇਕਰ ਨਾ ਗੱਲ ਸੁਣੀ ਗਈ ਤੇ ਅਸੀਂ ਜਿਹੜਾ ਆ ਵੱਡੇ ਪੱਧਰ ਤੇ ਨੈਸ਼ਨਲ ਦਿੱਲੀ ਜਿਹੜਾ ਹਾਈਵੇ ਉਹਨੂੰ ਜਾਮ ਕਰਾਂਗੇ ਤੇ ਇਹਨਾਂ ਪਰਿਵਾਰਾਂ ਦੀ ਜਿਹੜੀ ਹੱਕ ਦੀ ਲੜਾਈ ਉਹ ਵਾਲਮੀਕੀ ਸਮਾਜ ਮੋਹਰੇ ਹੋ ਕੇ ਹਮੇਸ਼ਾ ਹਰ ਇੱਕ ਲਈ ਲੜਿਆ ਤੇ ਇਹਨਾਂ ਦੀ ਲੜਾਈ ਵੀ ਜਿਹੜੀ ਉਹ ਲੜੀ ਜਾਏਗੀ। ਮੇਰਾ ਨਾਮ IMT ਅਰਵਿੰਦ ਚੌਹਾਨ। ਕੀ ਮੈਂ ਇੱਥੇ ਅੰਮ੍ਰਿਤਸਰ ਜ਼ਿਲ੍ਹੇ 'ਚ ਬਤੌਰ ਪਹਿਲਾਂ ਡਿਊਟੀ ਕਰਦਾ ਸੀ, ਹੁਣ ਮੇਰੀ ਬਦਲੀ ਦੀਨਾਨਗਰ ਗੁਰਦਾਸਪੁਰ ਕੀਤੀ ਗਈ ਆ। ਉਹ ਕਿਉਂ ਕੀਤੀ ਗਈ ਆ? ਕਿਉਂਕਿ ਆਪਾਂ ਹੱਕ ਦੀ ਆਵਾਜ਼ ਉਠਾ ਰਹੇ ਆ। ਜੇ ਅਸੀਂ ਆਪਦਾ ਹੱਕ ਲੈਣ ਵਾਸਤੇ ਆਪਦੀ ਆਵਾਜ਼ ਉਠਾਉਂਦੇ ਆ ਤੇ ਇਹ ਪ੍ਰਾਈਵੇਟ ਕੰਪਨੀ ਆ, ਮੁੰਡਿਆਂ ਨੂੰ ਬਦਲ ਦਿੰਦੀ ਆ, ਉਹਨਾਂ ਨੂੰ ਕੱਢ ਦਿੰਦੀ ਆ। ਇਹ ਪ੍ਰਾਈਵੇਟ ਕੰਪਨੀ ਚਿਕਿਤਸਾ ਹੈਲਥ ਕੇਅਰ ਲਿਮਟਿਡ ਇਹ ਹੈਗੀ ਆ ਜੀ ਬੰਬੇ ਦੀ, ਜਿਹੜੀ ਕਿ ਹਰੇਕ ਸਟੇਟ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ ਬਲੈਕ ਲਿਸਟ ਆ। ਜੇ ਆਪਾਂ ਗੱਲ ਕਰੀਏ ਹਰਿਆਣੇ ਦੀ, ਹਰਿਆਣੇ ਦੇ ਵਿੱਚ 108 ਐਂਬੂਲੈਂਸ ਜਿਹੜੀ ਚੱਲਦੀ ਆ ਉਹ ਸਰਕਾਰੀ ਤੌਰ 'ਤੇ ਚੱਲਦੀ ਆ। ਉਹਨਾਂ ਨੂੰ 5 ਸਾਲ ਬਾਅਦ ਸਰਕਾਰ ਉੱਥੇ ਰੈਗੂਲਰ ਕਰ ਦਿੰਦੀ ਆ। ਪਰ ਇੱਥੇ ਸਰਕਾਰ ਰਲੀ ਹੋਈਆਂ ਪ੍ਰਾਈਵੇਟ ਕੰਪਨੀਆਂ ਦੇ ਨਾਲ, ਉਹਨਾਂ ਨੂੰ ਪੈਸੇ ਦਿੰਦੀ ਆ ਤੇ ਉਹਨਾਂ ਦੀ ਏਵਜ ਦੇ ਵਿੱਚ ਉਹਨਾਂ ਤੋਂ ਹੀ ਪੈਸੇ ਵਾਪਸ ਲੈਂਦੀ ਆ, ਤਾਂ ਕਿ ਜੋ ਧੱਕਾਸ਼ਾਹੀ ਪੰਜਾਬ ਦੀ ਲੋਕਾਂ ਨਾਲ ਕੀਤੀ ਜਾਵੇ ਤੇ ਨਾਲ ਇਹਨਾਂ ਲੁੱਟ ਖਸੁੱਟ ਜੋ ਹੁੰਦੀ ਆ ਪ੍ਰਾਈਵੇਟ ਕੰਪਨੀ ਨਾਲ ਰਲ ਕੇ ਸਰਕਾਰ ਕਰਦੀ ਪਈ ਆ। ਅਸੀਂ ਕਿੰਨੀ ਵਾਰੀ ਮਾਨ ਸਰਕਾਰ ਨੂੰ ਅਲਟੀਮੇਟਮ ਦਿੱਤੇ, ਮਿਲੇ ਵੀ ਆ, ਸਰਕਾਰ ਬਣਨ ਤੋਂ ਪਹਿਲਾਂ ਵੀ ਮਿਲੇ ਆ ਤੇ ਸਰਕਾਰ ਬਣਨ ਤੋਂ ਬਾਅਦ ਵੀ ਮਿਲੇ ਆ, ਪਰ ਇਹਨਾਂ ਨੇ ਸਾਡੀ ਕੋਈ ਗੱਲ ਨੂੰ ਗੌਰ ਨਹੀਂ ਕੀਤਾ। ਅਸੀਂ ਆ ਮਜਬੂਰ ਹੋ ਕੇ ਧਰਨਾ ਜਿਹੜਾ ਲਾਉਣਾ ਚਾਹੁੰਦੇ ਆ। ਅਸੀਂ ਇਹਦੇ ਵਿੱਚ ਲੋਕਾਂ ਤੋਂ ਵੀ ਮਾफ़ੀ ਮੰਗਦੇ ਹਾਂ, ਪੰਜਾਬ ਸਰਕਾਰ ਦੇ ਲੋਕਾਂ ਤੋਂ ਵੀ ਮਾफ़ੀ ਮੰਗਦੇ ਹਾਂ ਤੇ ਪੰਜਾਬ ਸਰਕਾਰ ਤੋਂ ਵੀ ਮਾफ़ੀ ਮੰਗਦੇ ਹਾਂ ਵੀ ਸਾਡੇ ਵੀ ਘਰ ਆ, ਸਾਡੇ ਵੀ ਪਰਿਵਾਰ ਆ। ਕੀ 9-9 ਹਜ਼ਾਰ ਦੇ ਨਾਲ ਤੁਸੀਂ ਗੁਜ਼ਾਰਾ ਕਰ ਸਕਦੇ ਹੋ? 2-2 300 ਕਿਲੋਮੀਟਰ ਦੂਰ ਕੰਪਨੀ ਸਾਨੂੰ ਚੱਕ ਕੇ ਬਦਲੀਆਂ ਕਰ ਦਿੰਦੀ ਆ। ਤੁਸੀਂ 9 ਹਜ਼ਾਰ ਦੇ ਵਿੱਚ ਗੁਜ਼ਾਰਾ ਕਰਕੇ ਦਿਖਾ ਦਿਓ, ਅਸੀਂ ਧਰਨਾ ਨਹੀਂ ਲਾਉਂਦੇ। ਮਾਨ ਸਰਕਾਰ ਦੇ ਸਾਹਮਣੇ ਇਹੀ ਬੇਨਤੀ ਆ ਵੀ ਅਸੀਂ 48 ਘੰਟੇ ਬੀਤ ਗਏ ਆ,
ਜੋ ਅਸੀਂ ਐਜੀਟੇਸ਼ਨ ਦਾ ਦਿੱਤਾ ਸੀਗਾ ਸਮਾਂ, ਤੇ ਹੋਰ ਹਜੇ ਵੀ ਜੇ ਇਹ ਟੇਬਲ ਟਾਕ ਕਰਕੇ ਆ ਧਰਨਾ ਬਚਾ ਸਕਦੀ ਹੈ ਤੇ ਬਚਾਵੇ, ਤੇ ਤਾਂ ਜੋ ਅਸੀਂ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸੇਵਾ ਕਰ ਸਕੀਏ ਦਿਲੋਂ ਤੇ ਤਨੋਂ ਮਨੋਂ। ਜ਼ਿਆਦਾ ਨਹੀਂ, ਬਹੁਤ ਨੁਕਸਾਨ ਹੋਏਗਾ ਆਮ ਜਨਤਾ ਦਾ ਵੀ ਇਸ ਨਾਲ। ਦੇਖੋ ਜੀ, ਆਮ ਜਨਤਾ ਦਾ ਨੁਕਸਾਨ ਹੋਏਗਾ, ਅਸੀਂ ਉਹਦੇ ਲਈ ਮਾਫੀ ਚਾਹੁੰਦੇ ਹਾਂ, ਪਰ ਅਸੀਂ ਆਮ ਜਨਤਾ ਤੋਂ ਵੀ ਇੱਕ ਸਵਾਲ ਪੁੱਛਦੇ ਹਾਂ ਵੀ ਅਸੀਂ ਤੁਹਾਡੇ ਹਰ ਇੱਕ ਅਸੀਂ ਮਜਬੂਰੀ ਦੇ ਵਿੱਚ ਤੁਹਾਨੂੰ ਜਦੋਂ ਵੀ ਕੋਈ ਲੋੜ ਪਈ ਆ, ਕਰੋਨਾ ਦੇ ਵਿੱਚ ਅਸੀਂ ਜਿਹੜਾ ਕਿ ਆਪਦੇ ਜਿਹੜੇ ਪੁੱਤ ਹੁੰਦੇ ਸੀ ਆਪਦੀ ਮਾਵਾਂ ਨੂੰ, ਪਿਓਾਂ ਨੂੰ, ਬੱਚਿਆਂ ਨੂੰ ਨਹੀਂ ਉਹਨਾਂ ਨੂੰ ਹੱਥ ਲਾਉਂਦੇ ਸੀ, ਅਸੀਂ ਆਪਦੇ ਹੱਥਾਂ 'ਚ ਚੱਕ ਕੇ ਲਿਆਏ ਆ। ਕੀ ਗੱਲ ਮਾਨ ਸਰਕਾਰ ਨੂੰ ਇਹ ਉਦੋਂ ਨਹੀਂ ਦਿਖਿਆਗਾ? ਇਹ ਪੰਜਾਬ ਦੇ ਲੋਕਾਂ ਨੂੰ ਉਦੋਂ ਨਹੀਂ ਦਿਖਿਆ? ਰਾਤ ਬਰਾਤੇ 1-2 ਵਜੇ ਕੋਈ ਐਕਸੀਡੈਂਟ ਹੁੰਦਾ, ਕੋਈ ਕੁਛ ਹੁੰਦਾ, ਅਸੀਂ ਉੱਥੇ ਜਾਂਦੇ ਹਾਂ, ਸੁੱਤੇ ਵੀ ਨਹੀਂ ਹੁੰਦੇ, ਅਸੀਂ 24 ਘੰਟੇ ਨਹੀਂ ਸੌਂਦੇ, ਅਸੀਂ ਕਿਤੇ ਲੋਕਾਂ ਨੂੰ ਅਸੀਂ ਹਿਫਾਜ਼ਤ ਕਰ ਸਕੀਏ। ਪਰ ਅੱਜ ਜੇ ਸਾਨੂੰ ਐਜੀਟੇਸ਼ਨ ਇਹ ਕਰਨਾ ਪੈ ਰਿਹਾ, ਇਹ ਸਿਰਫ ਤੇ ਸਿਰਫ ਨਿਕੰਮੀਆਂ ਸਰਕਾਰਾਂ ਤੇ ਮਾੜੀ ਨੀਤੀ ਵਾਲੀ ਕੰਪਨੀ ਦੇ ਕਰਕੇ ਹੀ ਕਰਨਾ ਪੈ ਰਿਹਾ। ਇਹਦੀ ਜ਼ਿੰਮੇਦਾਰ ਸਰਕਾਰ ਹੀ ਹੋਵੇਗੀ ਤੇ ਕੰਪਨੀ ਹੀ ਹੋਵੇਗੀ।